मन कामना तीरथ दे छुटै, गर्भ गुमान ना मन तै हुटै। सोच करै दिनस अर रात, मन की मैल ना तन ते जात। इस देही को बहु साधना करे, मन ते कबहू ना विख्या टरै। जल धोवै बहु देह अनीत, शुद्ध कहाँ होए काची पीत। मन हर के नाम की महिमा ऊंच, नानक नाम उदरे पतत बहु मूच। मन हर के नाम की महिमा ऊंच, नानक नाम उदरे पतत बहु मूच। वाहिगुरु जी का खालसा, वाहिगुरु जी की फतेह। जुगो जुग अटल चवर छतर तख्त ते मालक धन गुरु ग्रंथ साहिब जीओ। सतगुरां दी पावन हजूरी अंदर जुड़ बैठे गुरु सवारियों वडभागे हाँ। साहिब ने किरपा करके सत संगत दीयां घड़ियां बख्शियां। पंचम पातशाह धन गुरु अर्जन साहिब महाराज जी की मुबारक बाणी सुखमनी साहिब दी विचार करदियां तीसरी अष्टपदी जिस दा तीसरा पदा मंगल रूप श्रवण किया है। सतगुरां ने जो बख्शिश इन्हां बचनां अंदर कीती, मनोबिरतियां एकाग्र करो। सारे आखो सतनाम श्री वाहिगुरु जी। सतनाम श्री वाहिगुरु जी। मनोबिरतियां एकाग्र करदियां विचारन का यतन करिए। साहिब किरपा करदे श्लोक विच सतगुरां ने बख्शिश कीती सी, बहु शास्त्र बहु सिमरती पेखे सर्ब ढंढोल। पूजस नाहि हर हरे नानक नाम अमोल। उस अकाल पुरख वाहिगुरु तक इन्हां दी पहुँच नहीं। अख लगे ये शास्त्र सिमरतियां जिन्हां नूं ढंढोल के खगोल के वेखिया, जिन्हां दी पड़चाल कीती, जिन्हां नूं पढ़िया सुनिया, पर उस प्यारे दा जिहड़ा नाम है उहदी सिफत सलाह वो अमोल है, जिस दा मुल कोई नहीं। सतगुरां ने अज दे बचन विच किरपा कीती। मन कामना, कामना तो भाव है इच्छा। मन दी एक कामना है, इच्छा है। तीरथ देह छुटै, ये जिहड़ा शरीर है ना, जिहड़ी देह है, ये किसे तीर्थ ते जाके जे छुट जाए तां मेरा जिहड़ा आउणा है वो सफल हो जाएगा। हुण ऐसा क्यों होया? क्योंकि सतगुरां ने जे सिमरतियां दा शास्त्रां दा जिक्र कीता तां उस धर्म अंदर
ਇਹ ਆਖਿਆ ਜਾਂਦਾ ਸੀ ਜੇ ਤੁਸੀਂ ਸਾਰਾ ਕੁਝ ਦਾਨ ਕਰਕੇ ਕਿਸੇ ਤੀਰਥ ਤੇ ਜਾ ਕੇ ਆਪਣੇ ਆਪ ਨੂੰ ਆਰੇ ਨਾਲ ਚਰਵਾ ਲਓਗੇ ਤਾਂ ਤੁਸੀਂ ਸਵਰਗ ਵਿੱਚ ਜਾਓਗੇ। ਭਗਤ ਸਾਹਿਬ ਨੇ ਬਚਨ ਲਿਖਿਆ ਬਾਣੀ 'ਚ, ਅਸ ਦਾਨ ਗੱਜ ਦਾਨ ਨਾਰੀ ਸੇਜਾਂ ਭੂਮ ਦਾਨ, ਐਸੋ ਦਾਨ ਨਿਤ ਨਿਤਹਿ ਕੀਜੈ। ਆਖਣ ਲੱਗੇ ਇੱਦਾਂ ਦੇ ਦਾਨ ਰੋਜ਼ ਹੁੰਦੇ ਸਨ। ਹਾਥੀ ਘੋੜੇ, ਆਪਣੀਆਂ ਇਸਤਰੀਆਂ, ਆਪਣੀਆਂ ਜਾਇਦਾਦਾਂ, ਜੋ ਕੁਝ ਕੋਲ ਹੈ ਉਹ ਸਾਰਾ ਕੁਝ ਦਾਨ ਦੇ ਕੇ ਬਨਾਰਸ ਜਾ ਕੇ ਉੱਥੇ ਜਿਹੜਾ ਆਰਾ ਲੱਗਾ ਹੋਇਆ ਹੈ ਉਹਦੇ ਨਾਲ ਆਪਣੇ ਆਪ ਨੂੰ ਚਰਵਾ ਦਿਓ ਤਾਂ ਤੁਸੀਂ ਪ੍ਰਵਾਨ ਹੋ ਜਾਓਗੇ। ਪਰ ਸਾਹਿਬ ਨੇ ਕਿਰਪਾ ਕੀਤੀ, ਮਹਾਰਾਜ ਕਹਿੰਦੇ ਜੇ ਕਾਮਨਾ ਇਹ ਹੋਵੇ ਕਿ ਮੈਂ ਆਪਣੇ ਆਪ ਨੂੰ ਕਿਸੇ ਤੀਰਥ ਤੇ ਜਾ ਕੇ ਇਹ ਦੇਹ ਛੁੱਟ ਜਾਏ ਤੇ ਸਵਰਗ ਪਹੁੰਚ ਜਾਵਾਂਗਾ, ਇਹ ਕਾਮਨਾ ਰੱਖਦਿਆਂ ਕਿ ਜਿਹੜਾ ਗਰਭ ਹੈ, ਹੰਕਾਰ ਹੈ, ਉਹ ਮਨ ਤੋਂ ਮੁੱਕ ਜਾਂਦਾ ਹੈ। ਗਰਭ ਗੁਮਾਨ ਨਾ ਮਨ ਤੇ ਫੁੱਟੈ, ਜਿਹੜਾ ਰੋਜ਼ ਹੰਕਾਰ ਵਿੱਚੋਂ ਗੁਜ਼ਰਦਾ ਹੈ, ਗਰਭ ਵਿੱਚ ਸੁਰਤ ਰਹਿੰਦੀ ਹੈ, ਇਹ ਗੁਮਾਨ ਵਿੱਚ ਹਰ ਵੇਲੇ ਤੇਰਾ ਸਮਾਂ ਬਸਰ ਹੋ ਰਿਹਾ ਹੈ ਕਿ ਇੱਦਾਂ ਕਰਨ ਨਾਲ ਅਜੇ ਜਾ ਕੇ ਸਰੀਰ ਤਿਆਗਿਆ ਨਹੀਂ, ਅਜੇ ਕਾਮਨਾ ਰੱਖੀ ਹੈ। ਤੇ ਇਹ ਜਿਹੜੀ ਕਾਮਨਾ ਰੱਖੀ ਹੈ, ਮਹਾਰਾਜ ਕਹਿੰਦੇ ਕੀ ਇਹ ਕਾਮਨਾ ਰੱਖਣ ਨਾਲ ਤੇਰੇ ਗਰਭ ਤੇ, ਤੇਰੇ ਹੰਕਾਰ ਤੇ, ਤੇਰੇ ਗੁਮਾਨ ਤੇ ਕੋਈ ਫਰਕ ਪਿਆ? ਜਿਸ ਵੇਲੇ ਤੂੰ ਇਹ ਸੋਚਿਆ ਕਿ ਮੈਂ ਉੱਥੇ ਜਾ ਕੇ ਕੁਰਬਾਨ ਹੋਵਾਂਗਾ। ਇਹਦੇ ਨਾਲ ਸੰਬੰਧਿਤ ਅਸੀਂ ਹੋਰ ਵਿਚਾਰ ਸਾਹਿਬ ਦੀ ਬਾਣੀ ਚੋਂ ਪੜ੍ਹਦੇ ਹਾਂ। ਸਤਿਗੁਰ ਨੇ ਕਿਰਪਾ ਕੀਤੀ, ਹਜ਼ੂਰ ਆਖਦੇ ਪਾਪ ਕਰੇ ਪੰਚਾਂ ਕੇ ਬਸ ਰੇ। ਬੰਦਾ ਜਿਹੜੇ ਔਗਣ ਕਰਦਾ, ਜਿਹੜੇ ਗੁਨਾਹ ਕਰਦਾ ਹੈ, ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਪੰਜਾਂ ਦੇ ਵਸ ਵਿੱਚ ਹੋ ਕੇ ਕਰਦਾ ਹੈ। ਤੀਰਥ ਨਹਾਏ ਕਹੇ ਸਭ ਉਤਰੇ। ਹੁਣ ਇਹ ਵੀ ਭਰਮ ਸੀ ਕਿ ਕਿਸੇ ਦੂਰ ਤੀਰਥ ਤੇ ਜਾ ਕੇ ਇਸ਼ਨਾਨ ਕੀਤਾ ਤੇ ਸਾਰੇ ਜਿਹੜੇ ਪਾਪ ਕੀਤੇ ਨੇ ਉਹ ਉਤਰ ਜਾਂਦੇ ਨੇ। ਕਹਿਣ ਲੱਗੇ ਕੁਝ ਸਮਾਂ ਪਾ ਕੇ ਬੰਦਾ ਗਿਆ, ਤੀਰਥ ਤੇ ਯਾਤਰਾ ਕੀਤੀ, ਆਖਿਆ ਸਾਰੇ ਪਾਪ ਉਤਰ ਗਏ। ਬਹੁਰ ਕਮਾਵੇ ਹੋਏ ਨਿਸ਼ੰਕ। ਉਹਨੇ ਸੋਚਿਆ ਤੇ ਕੰਮ ਬੜਾ ਸੌਖਾ ਹੈ, ਨਿਸ਼ੰਕ ਹੋ ਗਿਆ। ਕੋਈ ਗੱਲ ਨਹੀਂ, ਜਿੰਨੇ ਮਰਜ਼ੀ ਗੁਨਾਹ ਕਰੋ, ਜਿੰਨੇ ਮਰਜ਼ੀ ਪਾਪ ਕਰੋ, ਉਹਦੇ ਤੋਂ ਬਾਅਦ ਤੇ ਨਵੇੜਾ ਹੋ ਹੀ ਜਾਣਾ। ਕੁਝ ਪੁੰਨ ਦਾਨ ਕਰ ਲਓ, ਕਿਸੇ ਤੀਰਥ ਤੇ ਚਲੇ ਜਾਓ। ਜਦੋਂ ਤੁਸੀਂ ਇੱਦਾਂ ਕਰ ਲਓਗੇ ਤੇ ਇਹ ਪਾਪ ਉਤਰ ਜਾਣੇ ਨੇ। ਇਸੇ ਕਰਕੇ ਘਰ ਵਿੱਚ ਬਜ਼ੁਰਗਾਂ ਨੂੰ ਸੰਭਾਲਣ ਦੀ ਥਾਂ ਤੇ ਜ਼ਿਆਦਾ ਤਵੱਜੋ ਦਿੱਤੀ ਗਈ ਕਿ ਅਸੀਂ ਦੂਰ ਦਰਾਡਿਆਂ ਤੇ ਜਾ ਕੇ ਯਾਤਰਾਵਾਂ ਕਰੀਏ। ਸ਼ਾਇਦ ਉੱਥੇ ਜਾ ਕੇ ਸਾਡੇ ਜੀਵਨ ਦੀ ਨਿਵਰਤੀ ਹੋ ਜਾਣੀ ਹੈ। ਪਰ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਆਖਿਆ ਜਿਹੜਾ ਗੁਰਮਤ ਦਾ ਪੱਖ ਹੈ, ਜੇ ਮਾਂ ਪਿਓ ਨੂੰ ਪਰ ਹਰ ਜੇ ਛੱਡ ਕੇ ਬੰਦਾ 68 ਤੀਰਥਾਂ ਤੇ ਵੀ ਚਲਿਆ ਜਾਏ ਤੇ ਕਹਿਣ ਲੱਗੇ ਉਹ ਵੀ ਉਹਦਾ ਪ੍ਰਵਾਨ ਨਹੀਂ ਹੋਣਾ।
ਸਤਿਗੁਰਾਂ ਨੇ ਕਿਰਪਾ ਕੀਤੀ। ਹਜ਼ੂਰ ਆਖਦੇ ਜ਼ਿਆਦਾਤਰ ਤੀਰਥ ਦਾ ਜਿਹੜਾ ਸੰਬੰਧ ਹੈ ਉਹ ਕਿਸੇ ਨਦੀ ਦੇ ਕਿਨਾਰੇ ਨਾਲ ਹੈ। ਜਿੱਥੇ ਪਾਣੀ ਦਾ ਵਹਾਵ ਹੈ ਉਹਨੂੰ ਤੀਰਥ ਆਖਿਆ। ਤੇ ਸਾਹਿਬ ਨੇ ਇਹ ਵੀ ਕਿਰਪਾ ਕੀਤੀ, ਮਹਾਰਾਜ ਕਹਿੰਦੇ ਪਾਣੀ ਚਿੱਤ ਨਾ ਧੁਪਈ। ਅਸੀਂ ਜਿਹੜਾ ਬਚਨ ਵਿਚਾਰ ਰਹੇ ਹਾਂ ਨਾ, ਸਾਹਿਬ ਨੇ ਇਹਦੇ ਅੰਦਰ ਵੀ ਇਹ ਬਖਸ਼ਿਸ਼ ਕੀਤੀ ਹੈ। ਸੋਚ ਕਰੇ ਦਿਵਸ ਔਰ ਰਾਤ, ਦਿਨ ਰਾਤ ਬੰਦਾ ਪਵਿੱਤਰਤਾ ਰੱਖਦਾ ਹੈ। ਇਹ ਸ਼ਬਦ ਅਸੀਂ ਜਪਜੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ। ਸੋਚੈ ਸੋਚ ਨਾ ਹੋਵਈ, ਜੇ ਸੋਚੈ ਲੱਖ ਵਾਰ। ਇਹਦਾ ਸੰਬੰਧ ਵੀ ਸੁਚਮਤਾ ਨਾਲ ਹੈ। ਸਤਿਗੁਰਾਂ ਨੇ ਇਹ ਕਿਰਪਾ ਕੀਤੀ ਕਿ ਜੇ ਤੂੰ ਇੰਨੀ ਸੁਚਮਤਾ ਵੀ ਰੱਖੇ, ਪਰ ਜੇ ਮਨ ਕਰਕੇ ਮੈਲ ਹੈ। ਅਸੀਂ ਬਚਨ ਪੜ੍ਹਦੇ ਹਾਂ ਸੁਖਮਨੀ ਸਾਹਿਬ ਬਾਣੀ ਵਿੱਚੋਂ, ਸਤਿਗੁਰਾਂ ਨੇ ਵੇਖੋ ਕੀ ਆਖਿਆ, ਸੋਚ ਕਰੇ ਦਿਨਸ ਔਰ ਰਾਤ। ਦਿਨ ਰਾਤ ਸਾਹਿਬ ਕਹਿੰਦੇ ਪਵਿੱਤਰਤਾ ਰੱਖਦਾ ਹੈ। ਮਨ ਕੀ ਮੈਲ ਨਾ ਤਨ ਤੇ ਜਾਤ। ਪਰ ਇਹ ਧਿਆਨ ਰੱਖ, ਜਿਹੜੀ ਮੈਲ ਮਨ ਵਿੱਚ ਹੈ ਉਹ ਤਨ ਧੋਤਿਆ ਨਹੀਂ ਜਾਣੀ। ਸੁਚੈ ਇਹ ਨਾ ਆਖੀਏ ਬਹਿਣ, ਜੇ ਪਿੰਡਾ ਧੋਏ। ਸੁਚੈ ਸਈ ਨਾਨਕਾ, ਜਿਨ ਮਨ ਵਸਿਆ ਸੋਏ। ਸਾਹਿਬ ਨੇ ਆਖਿਆ ਪਿੰਡਾਂ ਧੋਣ ਵਾਲੇ ਪਵਿੱਤਰ ਨਹੀਂ। ਇਹ ਤੇਰੀ ਸੁਚਮਤਾ ਦਾ ਸੰਬੰਧ ਤੇਰੀ ਸਰੀਰ ਦੀ ਸਫਾਈ ਨਾਲ ਹੈ। ਪਰ ਜਿਹੜੀ ਮਨ ਦੀ ਮੈਲ ਹੈ ਉਹ ਤਨ ਧੋਤਿਆ ਨਹੀਂ ਜਾਂਦੀ। ਜਿੰਨੇ ਮਰਜ਼ੀ ਯਤਨ ਕਰੀਏ, ਮਨ ਕੀ ਮੈਲ ਨਾ ਤਨ ਤੇ ਜਾਤ। ਹੁਣ ਸਤਿਗੁਰਾਂ ਨੇ ਇੱਕ ਬਖਸ਼ਿਸ਼ ਹੋਰ ਕੀਤੀ। ਅਸੀਂ ਇਹ ਆਖਾਂਗੇ ਕਿ ਜਿਹੜੇ ਦੂਸਰਿਆਂ ਦੇ ਤੀਰਥ ਨੇ, ਅਸੀਂ ਉਹਨਾਂ ਨੂੰ ਤੇ ਕਹਿ ਦਿੱਤਾ ਕਿ ਇੱਦਾਂ ਸਾਹਿਬ ਨੇ ਪ੍ਰਵਾਨ ਨਹੀਂ ਕੀਤੇ, ਤੇ ਆਪ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਹੁਣ ਉਹ ਕਿਸ ਸਰੋਵਰ ਦੀ ਗੱਲ ਸਾਹਿਬ ਦੀ ਬਾਣੀ ਨੇ ਕੀਤੀ ਹੈ? ਅੰਮ੍ਰਿਤ ਸਰੋਵਰ ਸਦ ਭਰਿਆ, ਜਿਹਨੂੰ ਆਖਿਆ ਅੰਮ੍ਰਿਤ ਰੂਪੀ ਸਰੋਵਰ ਸਦਾ ਭਰਿਆ ਰਹਿੰਦਾ ਹੈ। ਹੁਣ ਉਹਦਾ ਸੰਬੰਧ ਵੀ ਅੰਮ੍ਰਿਤ ਬਾਣੀ ਨਾਲ ਹੈ। ਜਿੱਥੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ, ਤੇਰੇ ਮਨ ਦੀ ਮੈਲ ਉਤਰ ਜਾਂਦੀ ਹੈ। ਜਿਹੜਾ ਸਾਡੇ ਇਤਿਹਾਸ ਅੰਦਰ ਸਰੋਵਰਾਂ ਦਾ, ਬੌਲੀਆਂ ਦਾ ਮਹੱਤਵ ਹੈ, ਉਹ ਬਿਲਕੁਲ ਵੱਖਰਾ ਹੈ। ਉਹ ਤੀਰਥਾਂ ਵਾਂਗ ਪਵਿੱਤਰਤਾ ਵਾਲਾ ਨਹੀਂ। ਚੇਤੇ ਰੱਖੀਏ, ਜਿੱਥੇ ਊਚ ਨੀਚ ਜਾਤ ਪਾਤ, ਜਿੱਥੇ ਇਹਨਾਂ ਵਖਰੇਵਾਂ ਕੀਤਾ ਜਾਂਦਾ ਸੀ, ਸਤਿਗੁਰਾਂ ਨੇ ਖੂਹ ਲਗਵਾਏ, ਬਾਦਸ਼ਾਹ ਨੇ ਬੌਲੀਆਂ ਬਣਵਾਈਆਂ, ਸਰੋਵਰ ਬਣਵਾਏ, ਤੇ ਇਹ ਆਖਿਆ ਇਹਦੇ ਅੰਦਰ ਇਸ਼ਨਾਨ ਕਰਨ ਵਾਲਾ ਉਹ ਜਾਤ ਪਾਤ ਊਚ ਨੀਚ ਦੇ ਭੇਦ ਭਾਵ ਤੋਂ ਮੁਕਤ ਹੋ ਜਾਏਗਾ। ਇੱਥੇ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ। ਜਿਸ ਵੇਲੇ ਸਰੀਰ ਪਵਿੱਤਰ ਕੀਤਾ, ਉਹਦੇ ਤੋਂ ਬਾਅਦ ਇਹ ਆਖਿਆ ਅੱਗੇ ਮਨ ਦੀ ਪਵਿੱਤਰਤਾ ਵਾਸਤੇ ਗੁਰੂ ਕੀ ਬਾਣੀ ਹੈ। ਇੱਥੋਂ ਤੱਕ ਸੀਮਤ ਨਹੀਂ ਕਿ ਅਸੀਂ ਅੰਮ੍ਰਿਤਸਰ ਸਾਹਿਬ ਜਾਈਏ,
ਕੇਵਲ ਸਰੋਵਰ 'ਚ ਇਸ਼ਨਾਨ ਕਰਕੇ ਮੁੜ ਆਈਏ। ਉੱਥੇ ਅਗਲੇਰਾ ਭਾਵ ਹੈ, ਇਸ਼ਨਾਨ ਕਰਨ ਤੋਂ ਬਾਅਦ ਜਿਸ ਵੇਲੇ ਗੁਰੂ ਕੇ ਦਰਸ਼ਨ ਕਰੀਏ ਤੇ ਸਾਹਿਬ ਸਾਨੂੰ ਉਹ ਅੰਮ੍ਰਿਤ ਰੂਪੀ ਗਿਆਨ ਦਿੰਦੇ ਨੇ ਕਿ ਜੇ ਮਨ ਕਰਕੇ ਮੈਲ ਨਹੀਂ ਦੂਰ ਹੋਈ ਤੇ ਚੇਤਾ ਰੱਖੀ ਤਨ ਧੋਣ ਨਾਲ ਕਦੇ ਵੀ ਮਨ ਪਵਿੱਤਰ ਨਹੀਂ ਹੋਏਗਾ। ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ। ਸਭ ਕਹਿੰਦੇ ਦੇਹੀ ਦੀ ਸਾਧਨਾ ਕੀਤੀ, ਮਨ ਤੇ ਕਬਹੂ ਨਾ ਵਿਖਿਆ ਟਰੈ। ਇਹ ਗੱਲ ਸਾਡੇ ਤੇ ਵੀ ਢੁਕਦੀ ਹੈ, ਦੇਹੀ ਦੀ ਸਾਧਨਾ ਕਰਨੀ। ਜੋਗੀ ਨੇ ਕੀਤਾ, ਭਸਮ ਲਾਇਆ, ਸਾਧੂ ਨੇ ਲੇਪਣ ਕੀਤਾ। ਇਹ ਆਖਿਆ ਕਿਸੇ ਤਰੀਕੇ ਨਾਲ ਜਿਸ ਫਿਰਕੇ ਨਾਲ ਸੰਬੰਧਿਤ ਸੀ, ਜੋ ਉਹਨਾਂ ਨੇ ਆਖਿਆ ਨਾ ਉਹ ਕੀਤਾ। ਅਸੀਂ ਵੀ ਜੇ ਗੁਰੂ ਕੇ ਸਿੱਖ ਬਣੇ ਆ ਤੇ ਇਹ ਸਮਝੀਏ ਕਿ ਅਸੀਂ ਅਜੇ ਗੁਰੂ ਕੇ ਇਸ ਰਾਜ ਦੇ ਹਾਮੀ ਬਣੇ ਆ, ਅਜੇ ਅਸੀਂ ਦਾਖਲ ਹੋਏ ਆ। ਪਰ ਜੇ ਅਸੀਂ ਵੀ ਖੰਡੇ ਬਾਟੇ ਕੀ ਪੌੜ ਛਕ ਕੇ ਅੰਦਰ ਜ਼ਹਿਰ ਰੱਖਿਆ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਖਿਆ ਵਿਖਿਆ ਕਦੇ ਵੀ ਨਹੀਂ ਖਤਮ ਹੁੰਦੀ ਜੇ ਕੇਵਲ ਅਸੀਂ ਆਪਣੇ ਦੇਹੀ ਤੱਕ, ਆਪਣੇ ਤਨ ਤੱਕ ਸੀਮਤ ਰਹੀਏ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਵਿਖਿਆ ਟਰੈ। ਇਹ ਦੇਹੀ ਤੱਕ ਸੀਮਤ ਰਹਿ ਜਾਏਗਾ, ਪਰ ਮਨ ਵਾਲੀ ਜਿਹੜੀ ਜ਼ਹਿਰ ਹੈ, ਜਿਹੜੀ ਮਨ ਵਿੱਚ ਵਿਖਿਆ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹ ਨਹੀਂ ਮੁੱਕਦੀ। ਜਲ ਧੋਵੈ ਬਹੁ ਦੇਹ ਅਨੀਤ, ਨਿਤ ਰੋਜ਼ ਦੇਹੀ ਨੂੰ ਜਲ ਨਾਲ ਧੋਵੈ। ਤੇ ਸਾਹਿਬ ਕਹਿੰਦੇ ਇਹ ਕਿੱਦਾਂ ਹੈ? ਸ਼ੁੱਧ ਕਹਾਂ ਹੋਏ ਕਾਚੀ ਭੀਤ। ਭੀਤ ਕਹਿੰਦੇ ਨੇ ਕੰਧ ਨੂੰ, ਕਾਚੀ। ਸਾਹਿਬ ਕਹਿੰਦੇ ਜਿਹੜੀ ਕੱਚੀ ਭੀਤ ਹੈ, ਕੱਚੀ ਕੰਧ ਹੈ, ਹੁਣ ਉਹਦੇ ਤੇ ਜਿੰਨਾ ਪਾਣੀ ਪਾਵਾਂਗੇ ਉਹਨਾਂ ਉਹ ਮਿੱਟੀ ਜਿਹੜੀ ਹੈ ਖੁਰ ਖੁਰ ਕੇ ਥੱਲੇ ਆਏਗੀ। ਉਹਨਾਂ ਸਮਿਆਂ 'ਚ ਲੋਕ ਕੱਚਿਆਂ ਘਰਾਂ 'ਚ ਰਹਿੰਦੇ ਸਨ ਤੇ ਕੱਚੀ ਜਿਹੜੀ ਕੰਧ ਹੈ, ਸਤਿਗੁਰਾਂ ਨੇ ਉਹਦੀ ਉਦਾਹਰਨ ਦੇ ਕੇ ਸਮਝਾਇਆ ਕਿ ਜੇ ਉਹਨੂੰ ਧੋਤਾ ਜਾਏ ਤੇ ਉਹਨੂੰ ਕਦੇ ਧੋਇਆ ਨਹੀਂ ਜਾ ਸਕਦਾ। ਮਾਟੀ ਕਾ ਕਿਆ ਧੋਪੈ ਸੁਆਮੀ, ਮਿੱਟੀ ਦਾ ਸੁਆਮੀ ਕੀ ਧੋਤਾ ਜਾਏ। ਮਾਨੁਖ ਕੀ ਗਤ ਇਹ, ਜਿਨ੍ਹਾਂ ਕੋਲ ਅੰਮ੍ਰਿਤ ਰੂਪੀ ਨਾਮ ਨਹੀਂ ਹੈ ਉਹ ਇਸੇ ਤਰ੍ਹਾਂ ਦੇ ਨੇ। ਕਾਹੇ ਕਲਰਾ ਸਿੰਚੋ ਜਨਮ ਗਵਾਵੋ। ਬਾਣੀ ਕਹਿੰਦੀ ਜੇ ਕਲਰ ਇਕੱਠਾ ਕਰਨ ਲੱਗ ਗਿਆ ਤੇ ਇਹਦਾ ਮਤਲਬ ਆਪਣਾ ਜਿਹੜਾ ਜਨਮ ਹੈ ਉਹ ਵਿਅਰਥ ਗਵਾਏਗਾ। ਕਾਚੀ ਢਹਿਗ ਦੀਵਾਰ ਕਾਹੇ ਗੱਚ ਲਾਵੋ। ਜਿੰਨੇ ਮਰਜੀ ਗੱਚ ਲਾਈ ਜਾ, ਜੇ ਕਲਰ ਇਕੱਠਾ ਕੀਤਾ ਨਾ ਤੇ ਕੰਧ ਵੀ ਨਹੀਂ ਬਣਦੀ।
ਕੱਚੀ ਕੰਧ ਪਵਿੱਤਰ ਨਹੀਂ ਹੁੰਦੀ। ਤੇ ਜੇ ਕੰਧ ਬਣਾਉਣ ਵਾਸਤੇ ਵੀ ਮਹਾਰਾਜ ਕਹਿੰਦੇ ਕਲਰ ਇਕੱਠਾ ਕੀਤਾ ਤੇ ਜਿੰਨੇ ਮਰਜ਼ੀ ਗੱਚ ਗੀਰੀਆਂ ਲਾਈ ਜਾ, ਉਹਦੇ ਤੇ ਟਿਕਣੇ ਨਹੀਂ। ਕਿਉਂ? ਕਲਰ ਹੈ। ਤੇ ਕਲਰ ਵਿੱਚ ਕੁਝ ਵੀ ਨਹੀਂ ਹੁੰਦਾ। ਜ਼ਰਖੇਜ਼ ਉਪਜਾਊ ਜ਼ਮੀਨ ਹੋਵੇ ਤੇ ਬੀਜ ਪਾਵੇ, ਉਹਦੇ 'ਚ ਅਨਾਜ ਪੈਦਾ ਹੁੰਦਾ ਹੈ। ਪਰ ਜਿਹੜੀ ਕਲਰ ਧਰਤੀ ਹੈ ਉਹਦੇ 'ਚ ਜੋ ਮਰਜ਼ੀ ਪਾਓ ਕੁਝ ਨਹੀਂ ਹੋਏਗਾ। ਸਤਿਗੁਰਾਂ ਨੇ ਇਸ ਕਰਕੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਜਲ ਧੋਵੈ ਬਹੁ ਦੇਹ ਅਨੀਤ, ਸ਼ੁੱਧ ਕਹਾਂ ਹੋਏ ਕਾਚੀ ਭੀਤ। ਇਹ ਜਿਹੜੀ ਜ਼ਿੰਦਗੀ ਰੂਪੀ ਕੱਚੀ ਕੰਧ ਹੈ ਨਾ, ਮਹਾਰਾਜ ਕਹਿੰਦੇ ਇਹ ਪਵਿੱਤਰ ਨਹੀਂ ਹੋਣੀ। ਕਿਉਂਕਿ ਸਾਰਾ ਜਿਹੜਾ ਤਾਣ ਹੈ ਉਹ ਬਾਹਰ ਆਪਣਾ ਜਿਹੜਾ ਰੂਪ ਹੈ ਉਹਨੂੰ ਸਵਾਰਨ ਤੇ ਹੈ। ਬਾਬਾ ਫਰੀਦ ਸਾਹਿਬ ਨੇ ਨਾ ਬੜਾ ਪਿਆਰਾ ਸਮਝਾਇਆ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਜਦੋਂ ਮੈਂ ਆਪਣੇ ਆਪ ਨੂੰ ਦਰਪਣ ਵਿੱਚ ਵੇਖਦਾ ਹਾਂ ਤੇ ਮੈਂ ਇਹ ਵੇਖਦਾ ਜਿਹੜੀ ਮੈਂ ਦਸਤਾਰ ਬੱਧੀ ਹੈ, ਜਿਹੜੇ ਮੈਂ ਬਸਤਰ ਪਾਏ ਨੇ, ਉਹਨਾਂ ਤੇ ਕਿਤੇ ਕੋਈ ਮੈਲ ਤੇ ਨਹੀਂ ਲੱਗੀ। ਪਰ ਕਹਿਣ ਲੱਗੇ ਮੈਂ ਸਾਰੀ ਉਮਰ ਭੁੱਲਿਆ ਰਿਹਾ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਸਾਨੂੰ ਸਮਝਾਇਆ, ਅਸੀਂ ਬਹੁਤ ਧਿਆਨ ਦਿੱਤਾ ਕਿ ਕਿਤੇ ਕੋਈ ਦਾਗ ਤੇ ਨਹੀਂ ਲੱਗਾ। ਬਸਤਰ ਪਹਿਨੇ ਨੇ, ਅਸੀਂ ਜਾ ਰਹੇ ਹਾਂ ਕਿਸੇ ਖਾਸ ਪ੍ਰੋਗਰਾਮ ਤੇ। ਗਹਿਲਾ ਰੂ ਨਾ ਜਾਣਦਾ, ਸਿਰ ਭੀ ਮਿੱਟੀ ਖਾਏ। ਜਿਸ ਸਿਰ ਤੇ ਦਸਤਾਰ ਹੈ, ਜਿਸ ਸਿਰ ਤੇ ਚੁੰਨੀ ਹੈ, ਕਹਿਣ ਲੱਗੇ ਉੱਥੋਂ ਤੱਕ ਤੇ ਭੁਲੇਖਾ ਸੀ ਕਿ ਇਹ ਮੈਲੀ ਨਾ ਹੋ ਜਾਏ, ਇਹਦੇ ਤੇ ਕੋਈ ਦਾਗ ਨਾ ਲੱਗੇ। ਪਰ ਗਹਿਲਾ ਰੂਹ ਨਾ ਜਾਣਦਾ, ਸਿਰ ਭੀ ਮਿੱਟੀ ਖਾਏ। ਜਿਹੜਾ ਉਹਦੇ ਥੱਲੇ ਸਿਰ ਹੈ, ਜਿਹੜੀ ਉਹਦੇ ਥੱਲੇ ਸੁਰਤ ਹੈ, ਉਹ ਮਿੱਟੀ ਖਾ ਰਹੀ ਹੈ। ਉਹਦੇ ਅੰਦਰ ਵਿਕਾਰ ਪਨਪ ਰਹੇ ਨੇ, ਉਹਦੇ ਅੰਦਰ ਔਗਣ ਨੇ, ਉਹਦੇ ਅੰਦਰ ਚਾਤਰੀਆਂ ਚਲਾਕੀਆਂ ਨੇ, ਉਹਦੇ ਅੰਦਰ ਨਿੰਦਿਆ ਚੁਗਲੀ ਹੈ। ਭਗਤ ਸਾਹਿਬ ਕਹਿੰਦੇ ਉਸ ਪਾਸੇ ਵੱਲ ਤੇ ਧਿਆਨ ਹੀ ਨਹੀਂ ਦਿੱਤਾ। ਕੀ ਹੋਏਗਾ? ਸਤਿਗੁਰੂ ਜੀ ਨੇ ਨਿਰਣਾ ਕੀਤਾ, ਮਨ ਹਰ ਕੇ ਨਾਮ ਕੀ ਮਹਿਮਾ ਊਚ। ਜਿਹੜਾ ਵਾਹਿਗੁਰੂ ਦਾ, ਅਕਾਲ ਪੁਰਖ ਦਾ ਨਾਮ ਹੈ, ਰੱਬੀ ਸਿਫਤ ਸਲਾਹ ਹੈ, ਆਖਣ ਲੱਗੇ ਉਹਦੀ ਮਹਿਮਾ, ਉਹਦੀ ਵਡਿਆਈ ਬਹੁਤ ਉੱਚੀ ਹੈ। ਨਾਨਕ ਨਾਮ ਉਦਰੇ ਪਤਤ ਬਹੁ ਮੂਚ। ਇੱਥੇ ਵੱਡੇ ਵੱਡੇ ਮੂਚ, ਵੱਡੇ ਵੱਡੇ ਪਤਤ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦਾ ਵੀ ਉਧਾਰ ਹੋਇਆ। ਉਹ ਵੀ ਤਰੇ। ਉਹਨਾਂ ਵੀ ਇਹ ਜਿਹੜੇ ਪਖੰਡ ਸਨ ਧਰਮ ਦੇ, ਉਹਨਾਂ ਦੀ ਪਹਿਚਾਣ ਕੀਤੀ, ਉਹਨਾਂ ਨੂੰ ਛੱਡਿਆ ਤੇ ਸਿਫਤ ਸਲਾਹ ਵਾਲੇ ਪਾਸੇ ਆਏ ਤਾਂ ਉਹਨਾਂ ਦਾ ਪਾਰ ਉਤਾਰਾ ਹੋਇਆ। ਉਹ ਸੱਜਣ ਠੱਗ ਹੋਵੇ, ਉਹ ਕੌਡਾ ਰਾਕਸ਼ ਹੋਵੇ, ਕਿੰਨਿਆਂ ਦਾ ਜ਼ਿਕਰ ਆਏਗਾ। ਇੱਥੇ ਬਿਧੀ ਚੰਦ, ਜਦੋਂ ਭਾਈ ਬਿਧੀ ਚੰਦ ਬਣਿਆ ਤੇ ਉੱਥੇ ਸਾਹਿਬ ਨੇ ਆਖਿਆ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ।
ਇੱਥੇ ਵੱਡੇ ਵੱਡੇ ਪਤਿਤ ਮਹਾਰਾਜ ਕਹਿੰਦੇ ਤਰੇ, ਜਿਨ੍ਹਾਂ ਨੇ ਉਸ ਪਿਆਰੇ ਦੇ ਨਾਮ ਦੀ ਸਿਫਤ ਸਲਾਹ ਕੀਤੀ। ਸਤਿਗੁਰ ਸਾਨੂੰ ਵੀ ਆਖਦੇ, ਤੂੰ ਉਸ ਪਿਆਰੇ ਦੀ ਸਿਫਤ ਸਲਾਹ ਕਰ। ਆਓ ਸਾਰੇ ਮਹਾਰਾਜ ਦੇ ਇਹ ਬਚਨ ਪੜ੍ਹੀਏ ਤਾਂ ਕਿ ਉਹਦੇ ਸਿਫਤ ਸਲਾਹ, ਉਹਦੀ ਵਡਿਆਈ ਕਰਨ ਦਾ ਚਾਅ ਮਨ ਵਿੱਚ ਪੈਦਾ ਹੋਵੇ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਮਨ ਹਰ ਕੇ ਨਾਮ ਕੀ ਮਹਿਮਾ ਊਚ। ਨਾਨਕ ਨਾਮ ਉਦਰੇ ਪਤਿਤ ਬਹੁ ਮੂਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ। ਸਾਹਿਬ ਕਹਿੰਦੇ ਉਸ ਪਿਆਰੇ ਦੇ ਨਾਮ ਦੀ ਮਹਿਮਾ ਬਹੁਤ ਉੱਚੀ ਹੈ, ਉਹਦੀ ਵਡਿਆਈ ਬਹੁਤ ਵੱਡੀ ਹੈ। ਇਸ ਕਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।